अस्सलाम वालेकुम जी, मैं तनवीर चिश्ती ते तुसी देख रहे हो चढ़दा पंजाब पाकिस्तान। इस टाइम असी जफरवाल फैमिली सेंटर पार्क के सामने मौजूद हाँ। साडे नाल देखा जा सकता है कि चेहरे जिहड़े एक इस टाइम बहुत ज़्यादा परेशानी दे विच मुबतला लोग ने वो मौजूद ने। ये सारे दोस्त जिहड़े ने ये मॉडल रेहड़ी बाजार का हिस्सा ने। साडे नाल इस टाइम इस मॉडल रेहड़ी बाजार के सदर मियाँ जमील साहब मौजूद ने। इन्हां दे नाल भी गलबात करांगे। जिहड़े रेहड़ी बान गरीब तबका लोग जिहड़े इस शहर तो उम्मीद ला के आते ने कि असी अपने बच्चों का रिजक लैके इत्थों जावांगे, वो भी मौजूद ने। इन्हां दे नाल भी गलबात करांगे कि आखिर इन्हां नूं की परेशानी है। जी अस्सलाम वालेकुम जी। वालेकुम अस्सलाम मियाँ साहब, की हाल है? ठीक हो? अल्लाह दा फजल जनाब, अल्लाह दा फजल। मियाँ साहब, की वजह है लोग जिहड़े ने वो परेशान ने? इन्हां नूं जो मुश्किलात पेश आ रही ने, परेशानियां पेश आ रही ने, साडे देखण वालियां नूं दसो ए की मसला है, की परेशानी है इन्हां नूं? मॉडल रेहड़ी बाजार तहसील जफरवाल ठीक है। ये तकरीबन 11 महीनों तो इसे ही परेशानी च मुबतला ने। ठीक है। ब्यूटिफिकेशन के नाल दे नाल कि ब्यूटिफिकेशन का काम शुरू है, ਉਹਦੀ वजह ना करके ते 11 महीनों तो इसे ही परेशानी च ने मौजूद ने, यानी कि बेरोजगार हो चुके हैं। बेरोजगार हो चुके हैं। ठीक है। हर दफा असा आला हुकाम अगे एक गुजारिश कर चुके हैं, उन्होंने कन्नी ते गल पा चुके हैं, उन्होंने अगे तरला कर चुके हैं कि यह वो लोग ने जेडे रोजाना की बुनियाद ते कमाना है ते रोजाना की बुनियाद ते खाना है। और तहसील जफरवाल दे विच सिटी सेंटर पार्क के सामने ਉਹਦੇ ਬਾਹਰ ਇਹ ਲੋਕ 40 ਤੋਂ 45 ਸਾਲ ਤੋਂ ਬੈਠੇ ਦੇ ਨੇ। ठीक है। ਆਪਣੇ ਬੱਚਿਆਂ ਦੇ ਰਿਜ਼ਕ ਕਮਾਉਂਦੇ ਪਏ ਨੇ। ਔਰ ਮੈਂ ਇੱਕ ਹੋਰ ਗੱਲ ਬਾਵਰ ਕਰਾ ਦਿਆਂ, ਮੇਰੇ ਨਾਲ ਸੀਨੀਅਰ ਸਿਟੀਜ਼ਨ ਜਨਰਲ ਸੈਕਟਰੀ ਨੈਸ਼ਨਲ ਪ੍ਰੈਸ ਕਲੱਬ ਦੇ ਮਲਕ ਸਜਾਦ ਲਤੀਫ ਵੀ ਮੌਜੂਦ ਨੇ। ਇਹਨਾਂ ਦੀ ਇਸ ਸਿਟੀ ਪਾਰਕ ਦੀ ਕਿਹੜੀ ਮਤਨਾਜ਼ਿਆ ਜਗ੍ਹਾ ਸੀ, ਉਹਦੇ ਵਿੱਚ ਇੱਕ ਅਹਿਮ ਰੋਲ ਹੈ ਜਿਹੜਾ ਕਿ ਇਹਨਾਂ ਨੇ 12-13 ਸਾਲ ਉਸ ਕੇਸ ਨੂੰ ਲੜਿਆ, ਭੁਗਤਿਆ। ठीक है। ਔਰ ਉਸ ਕੇਸ ਦੇ ਵਿੱਚ ਅਗਰ ਅਸੀਂ ਇਸ ਮਾਡਲ ਰੇਹੜੀ ਬਾਜ਼ਾਰ ਦੇ ਕਿਹੜੇ ਗਰੀਬ ਲੋਕ ਨੇ ਅਗਰ ਇਹਨਾਂ ਨੂੰ ਫਰਾਮੋਸ਼ ਕਰ ਦਿਆਂਗੇ ਤੇ ਇਹ ਇਹਨਾਂ ਨਾਲ ਜ਼ਿਆਦਤੀ ਹੈ, ਇਹਨਾਂ ਨਾਲ ਜ਼ੁਲਮ ਹੈ। ਇਹਨਾਂ ਲੋਕਾਂ ਨੇ ਸਰਦੀਆਂ ਦੀਆਂ ਉਹ ਰਾਤਾਂ ਜਦੋਂ ਬੱਦਲ ਪੈਂਦੇ ਸਨ, ਸਰਦੀਆਂ ਦੀਆਂ ਉਹ ਰਾਤਾਂ ਜਦੋਂ ਲੋਕ 2-2 ਰਜ਼ਾਈਆਂ ਲੈ ਕੇ ਕੜਾਕੇ ਦੀ ਸਰਦੀ 'ਚ ਕੰਬਲ ਲਾ ਕੇ ਹੀਟਰ ਲਾ ਕੇ ਤੇ ਆਪਣੇ ਕਮਰਿਆਂ ਦੇ ਵਿੱਚ ਬੈਠੇ ਹੁੰਦੇ ਸਨ। ਇਹ ਲੋਕ ਇਸ ਮਤਨਾਸਿਆ ਜਗ੍ਹਾ ਦੀ ਰਖਵਾਲੀ ਕਰਨ ਵਾਸਤੇ ਇੱਥੇ ਬੈਠੇ ਦੇ ਹੁੰਦੇ ਸਨ। ਇਹਨਾਂ ਲੋਕਾਂ ਨੇ ਆਪਣਾ ਚੰਦਾ ਵੀ ਮਾੜਾ ਮੋਟਾ ਦੇ ਕੇ ਇਹਨਾਂ ਦੇ ਨਾਲ ਇਸ ਕੇਸ ਨੂੰ ਹੈਂਡਲ ਵੀ ਕਰਨ ਦੀ ਕੋਸ਼ਿਸ਼ ਵੀ ਕੀਤੀ ਦੀ ਹੈ। ਇਹਨਾਂ ਲੋਕਾਂ ਨੇ ਉਸ ਕਬਜ਼ੇ ਮਾਫੀਆ ਦੀਆਂ ਧਮਕੀਆਂ ਵੀ ਸਹੀ ਦੀਆਂ ਨੇ। ਇਹਨਾਂ ਲੋਕਾਂ ਨੇ ਉਸ ਕਬਜ਼ੇ ਮਾਫੀਆ ਦੀਆਂ ਉਹ ਗੱਲਾਂ ਨੂੰ ਕਿਹੜੀਆਂ ਕਿ ਨਹੀਂ ਬਰਦਾਸ਼ਤ ਹੁੰਦੀਆਂ, ਉਹਨਾਂ ਨੂੰ ਵੀ ਬਰਦਾਸ਼ਤ ਕੀਤਾ ਦਾ। ਪਰ ਅੱਜ ਇਹਨਾਂ ਦੇ ਨਾਲ ਨਜਾਇਜ਼ ਹੋ ਰਿਹਾ। ਮੈਂ ਇਹ ਗੱਲ ਕਹਿਣਾ ਸਾਂ, ਬਲਕਿ ਕਹਿ ਰਿਹਾ, ਅੱਗੇ ਵੀ ਕਹਿ ਰਿਹਾ ਕਿ ਇਹ ਉਹ ਜਗ੍ਹਾ ਵਾ ਕਿ ਸਾਡੇ ਲੀਡਰ ਅਹਿਮਦ ਸਾਹਮਣੇ ਇਹ ਮਿਹਰਬਾਨੀ ਜਗ੍ਹਾ ਨੂੰ ਆਵਾਮ ਵਾਸਤੇ, ਵੈਲਫੇਅਰ ਵਾਸਤੇ, ਆਵਾਮ ਵਾਸਤੇ ਇੱਕ ਤੋਹਫਾ ਦੇ ਦਿੱਤਾ। ਲੇਕਿਨ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਕਿ ਇਸ ਜਗ੍ਹਾ ਦੇ ਵਿੱਚ, ਇਸ ਜਗ੍ਹਾ ਦੇ ਵਿੱਚ ਇਹਨਾਂ ਦਾ ਰੋਲ ਬੜਾ ਅਹਿਮ ਹੈ। ਇਹਨਾਂ ਦਾ ਵੀ ਖੂਨ ਉੜਿਆ ਹੈ। ਲੋਕਾਂ ਨੂੰ ਅਗਰ ਤੁਸੀਂ ਸਲਾਹ 'ਚ ਲੈ ਨਹੀਂ ਸਕਦੇ, ਸ਼ਹਿਰ ਦੀ ਫਲਾਹੋ ਬਮੂਦ ਵਾਸਤੇ ਇਹਨਾਂ ਲੋਕਾਂ ਨੂੰ ਸ਼ਹਿਰ 'ਚ ਨਹੀਂ ਲੈ ਸਕਦੇ, ਸਲਾਹ 'ਚ ਮਤਲਬ ਕਿ ਸਲਾਹ ਵਿੱਚ, ਮਸ਼ਵਰੇ ਵਿੱਚ, ਤੇ ਇਹਨਾਂ ਲੋਕਾਂ ਦੀ ਕਿਹੜੀ ਖਿਦਮਤ ਇਸ ਮਤਨਾਜ਼ਿਆ ਜਗ੍ਹਾ ਵਾਸਤੇ ਨਾ ਉਹਨੂੰ ਫਰਾਮੋਸ਼ ਨਹੀਂ ਕਰਨਾ। ਇਹਨਾਂ ਨੂੰ ਉਸੇ ਜਗ੍ਹਾ ਤੇ ਬਾਹਰ ਜਿੱਥੇ ਕੇ ਬੈਠੇ ਦੇ ਸਨ। ਮੀਆਂ ਸਾਹਿਬ, ਇੱਕ ਦੋ ਬੰਦੇ ਦੀ ਗੱਲ ਸੁਣੀ ਹੈ ਇਹਨਾਂ ਦੇ ਵਿੱਚੋਂ ਤੇ ਮਨ ਨਾਲ ਗੱਲ ਸੁਣਾਉਂਦੇ ਆ ਰੋਪੇ ਨਾ ਬੰਦੇ। ਉਹਨਾਂ ਆਖਿਆ ਸਾਡੇ ਕੋਲੋਂ ਤੇ ਬੱਚਿਆਂ ਦਾ ਦੁੱਧ ਵੀ ਨਹੀਂ ਜੇ ਪੂਰਾ ਕੀਤਾ ਜਾਂਦਾ। ਨਹੀਂ ਪੂਰਾ ਹੁੰਦਾ। ਮੈਂ ਕਸਮ ਖਾਣ ਨੂੰ ਤਿਆਰ ਹਾਂ ਇਸ ਗੱਲ ਦੀ। ਇਹਨਾਂ ਦੇ ਨਹੀਂ ਮੈਂ, ਕਿਉਂਕਿ ਮੈਨੂੰ ਪਤਾ। ਦੇਖੋ ਜੀ, ਉਸ ਜਗ੍ਹਾ ਤੇ ਹਾਈ ਸਕੂਲ ਦੇ ਬਾਹਰ ਪੈਸੇ ਲਾਉਂਦੇ ਪਏ ਨੇ। ਠੀਕ ਹੈ। ਅਸੀਂ ਸਮਝਦੇ ਹਾਂ ਅਸੀਂ ਸ਼ਹਿਰਦਾਰਾਂ ਜਾਂ ਕੀ ਹੁੰਦਾ ਸ਼ਹਿਰ ਦੇ ਵਿੱਚ ਫਜ਼ੂਲ ਨੇ, ਉੱਥੇ ਕੰਮ ਵੀ ਨਹੀਂ ਚੱਲਦਾ। ਦੇਖੋ ਕਿ ਉਹ ਜਗ੍ਹਾ ਇਸ ਟਾਈਮ ਮਤਨਾਜ਼ਿਆ ਹੋ ਚੁੱਕੀ ਹੈ। ਉੱਥੇ ਨਹੀਂ ਬਣਦਾ। ਇਹ ਬੇਰੋਜ਼ਗਾਰ, ਦੇਖੋ ਉੱਥੇ ਬਣ ਵੀ ਜਾਏ ਤੇ ਇਹ ਰੋਜ਼ਗਾਰ ਉੱਥੋਂ ਨਹੀਂ ਕਮਾ ਸਕਦੇ। ਉੱਥੇ ਰੌਣਕ ਨਹੀਂ, ਸ਼ਹਿਰਦਾਰੀ ਇੱਥੇ ਇਹਨਾਂ ਨੂੰ ਇਸ ਟਾਈਮ 4 ਫੁੱਟ ਦਾ ਫੱਟਾ ਵੀ ਮਿਲ ਜਾਏ, ਇਹ ਆਪਣੇ ਬੱਚਿਆਂ ਦਾ ਰਿਜ਼ਕ ਬਾਸਾਨੀ ਕਮਾ ਸਕਦੇ। ਦੂਸਰੀ ਬਾਤ ਕਹਿੰਦੇ ਪਏ ਨੇ ਟੈਂਕੀ ਵਾਲੀ ਜਗ੍ਹਾ ਤੇ ਸਾਨੂੰ 15 ਸਾਲ ਹੋ ਗਏ ਨੇ ਤਜਰਬੇ ਕਰਦੇ ਆ, ਅਸੀਂ ਫੇਲ ਆ। ਉੱਥੇ ਕਾਰੋਬਾਰ ਫੇਰ ਹੈ ਯਾਰ, ਉੱਥੇ ਕੋਈ ਗਾਹਕ ਜਾਏਗਾ ਤੇ ਇਹਨਾਂ ਦਾ ਕੋਈ ਕੰਮ ਚੱਲੇਗਾ ਨਾ। ਔਰ ਸਾਨੂੰ ਇਹ ਗੱਲ ਕੰਨਾਂ 'ਚ ਗੱਲ ਪਈ ਹੈ ਜੀ, ਪਾਰਕਿੰਗ
ਇਹਦੀ ਪਾਰਕਿੰਗ ਫੈਮਿਲੀ ਪਾਰਕ ਦੀ ਪਾਰਕਿੰਗ ਉੱਥੇ ਚਲੀ ਜਾਏ ਨਾ, ਪਾਰਕਿੰਗ ਉੱਥੇ ਜਾ ਸਕਦੀ ਹੈ, ਬੜੀ ਪਾਰਕਿੰਗ ਜਗ੍ਹਾ ਉੱਥੇ ਜਾ ਸਕਦੀ ਹੈ। ਇਹ ਗਰੀਬਾਂ ਦਾ ਰੋਜ਼ਗਾਰ ਇੱਥੇ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਥੱਲੇ ਇਹ ਕੈਮਰਾ ਮਾਰਨ। ਇਹ ਬੜਾ ਖੂਬਸੂਰਤ ਤਿਆਰ ਹੋ ਗਿਆ ਜੀ, ਬਿਹਤਰੀਨ ਹੋ ਗਿਆ ਜੀ, ਬਿਊਟੀਫਿਕੇਸ਼ਨ ਹੋ ਗਈ ਆ। ਅਸੀਂ ਇਹਨਾਂ ਨੂੰ ਤੁਸੀਂ ਖੁੱਡੇ ਵੀ ਬਣਾ ਕੇ ਨਾ ਦਿਓ। ਉਹ ਯਾਰ ਥੱਲੇ ਭਾਸ਼ਣ ਇਹਨਾਂ ਇਹਨਾਂ ਥੱਲੇ ਨੂੰ, ਪਾ ਦਿਓ। ਇਹਨਾਂ ਨੂੰ ਥੱਲੇ ਭਾਸ਼ਣ ਨੇ, ਆਪਣੇ ਬੱਚਿਆਂ ਦਾ ਰੋਜ਼ਗਾਰ ਕਮਾ ਸਕਦੇ ਨੇ। ਠੀਕ ਹੈ ਜੀ। ਇਸ ਵਕਤ ਸਾਡੇ ਨਾਲ ਇਹ ਭਾਈ ਮੌਜੂਦ ਨੇ, ਤੁਹਾਨੂੰ ਤਫਸੀਲਨ ਇਹ ਗੱਲ ਦੱਸਣਗੇ ਕਿ ਇਸ ਜਗ੍ਹਾ ਦੇ ਵਿੱਚ ਇਹਨਾਂ ਦਾ ਕੀ ਰੋਲ ਹੈ ਤੇ ਇਹਨਾਂ ਨਾਲ ਹੁਣ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਅਸੀਂ ਕਿੰਨੂੰ ਮਿਲਿਆ ਤੇ ਕਿੰਨੇ ਸਾਨੂੰ ਕੀ ਕਿਹਾ ਵਾ ਤੇ ਉਹਨਾਂ ਦੀ ਗੱਲ ਤੇ ਅਮਲ ਕਿਉਂ ਨਹੀਂ ਹੁੰਦਾ ਪਿਆ, ਇਹ ਵੀ ਸਾਨੂੰ ਦੱਸਣਾ ਚਾਹੀਦਾ। ਦੱਸਿਓ ਜੀ, ਤੁਸੀਂ ਮਿਹਰਬਾਨੀ ਕਰਕੇ ਜੀ ਭਾਈ ਸ਼ਹਜ਼ਾਦ ਸਾਹਿਬ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਤੇ ਮੈਂ ਇਜ਼ਹਾਰ ਯਕਜਹਿਤੀ ਕਰਨਾ ਮਾਡਲ ਰੇੜੀ ਬਾਜ਼ਾਰ ਦੇ ਜਿੰਨੇ ਵੀ ਰੇੜੀ ਬਾਨ ਨੇ ਉਹ ਬਹੁਤ ਜ਼ਿਆਦਾ ਮਸਾਇਬ ਦਾ ਸ਼ਿਕਾਰ ਨੇ ਤੇ ਮੇਰੀ ਹਕਾਮੇ ਬਾਲਾ ਅੱਗੇ ਹੈ ਇਸਤਦਾਬ ਹੈ ਕਿ ਉਹ ਮਾਡਲ ਰੇੜੀ ਬਾਜ਼ਾਰ ਦੇ ਜਿੰਨੇ ਵੀ ਮੁਤਾਸਰਾ ਦੁਕਾਨਦਾਰ ਨੇ ਉਹਨਾਂ ਦੇ ਵੱਲ ਤਵੱਜੋ ਦੇਣ। ਉਹਨਾਂ ਨੂੰ ਕਮ ਅਜ਼ ਕਮ 11-12 ਮਹੀਨੇ ਹੋ ਗਏ ਨੇ ਇਸ ਕ੍ਰਾਈਸਿਸ 'ਚ ਪਏ ਦਿਆਂ, ਕਿਉਂਕਿ ਇਹ ਇੱਕ ਜਿਹੜੀ ਜਗ੍ਹਾ ਨਾ, ਇਸ ਜਗ੍ਹਾ ਦੇ ਮੁਤਲਕਾ ਅਸੀਂ ਇਹ ਬੜੇ ਸ਼ੁਕਰਗੁਜ਼ਾਰ ਹਾਂ ਚੌਧਰੀ ਆਸਨ ਇਕਬਾਲ ਸਾਹਿਬ ਦੇ, ਚੌਧਰੀ ਅਹਿਮਦ ਇਕਬਾਲ ਸਾਹਿਬ ਦੇ ਤੇ ਮੁਤਲਕਾ ਜਿਹੜੇ ਸਾਡੇ ਡੀਸੀ ਸਾਹਿਬ ਨੇ, ਏਸੀ ਸਾਹਿਬ ਨੇ, ਉਹਨਾਂ ਨੇ ਇੱਕ ਬੜਾ ਖੂਬਸੂਰਤ ਤੋਹਫਾ ਦਿੱਤਾ ਹੈ ਪਾਰਕ ਦੀ ਸ਼ਕਲ ਦੇ ਵਿੱਚ। ਬਿਲਕੁਲ। ਲੇਕਿਨ ਗੱਲ ਹੈ ਵੈ ਵੀ ਗਰੀਬ ਨੂੰ ਬੇਰੋਜ਼ਗਾਰ ਕਰਕੇ ਤੇ ਇਸ ਤੋਹਫੇ ਦੀ ਕਦਰੋ ਕੀਮਤ ਉਹ ਵਾਲੀ ਨਹੀਂ ਰਹਿੰਦੀ ਜਿੰਨਾ ਤੱਕ ਇਹ ਬੰਦੇ ਆਪਣੇ ਰੋਜ਼ਗਾਰ ਤੇ ਬਹਾਲ ਨਾ ਹੋਣ। ਨਹੀਂ ਹੁੰਦੀ ਬਿਲਕੁਲ। ਮੇਰੀ ਇਹ ਇਸਤਦਾ ਵੀ ਹੈ, ਮੇਰੀ ਦਰਖਾਸਤ ਵੀ ਹੈ, ਮੇਰੀ ਗੁਜ਼ਾਰਿਸ਼ ਵੀ ਹੈ ਬਤੌਰ ਨੈਸ਼ਨਲ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਹੋਣ ਦੇ ਨਾਤੇ ਮੈਂ ਵਾਕਈ ਇਹ ਮਹਿਸੂਸ ਕਰਨਾ ਵੀ ਇਹ ਜਿੰਨੇ ਵੀ 34 35 36 37 ਲੋਕ ਇਹ ਸਾਰੇ ਇਸ ਟਾਈਮ 4-4 5-5 ਲੱਖ ਰੁਪਏ ਦੇ ਮਕਰੂਜ਼ ਹੋ ਚੁੱਕੇ ਨੇ ਮੰਡੀਆਂ ਵਾਲਿਆਂ ਦੇ ਤੇ ਦੁਕਾਨਦਾਰਾਂ ਦੇ। ਇਹਨਾਂ ਦੇ ਉੱਤੇ ਜਨਾਬ ਜਿਹੜਾ ਸੂਰਤ ਹਾਲ ਬਣੀ ਦੀ ਹੈ ਉਹ ਕਿਆਮਤ ਖੇਜ਼ ਹੈ ਔਰ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੇ ਵਿੱਚ ਇਸ ਬਿਊਟੀਫਿਕੇਸ਼ਨ ਦਾ ਵੀ ਬੜਾ ਹੱਥ ਹੈ ਔਰ ਇਹ ਜਿਹੜੀਆਂ ਆਏ ਦਿਨ ਨਾਮ ਨਹਾਦ ਜਿਹੜੀਆਂ ਪਾਲਿਸੀਆਂ ਚੱਲਦੀਆਂ ਪਈਆਂ ਨੇ ਉਹਦਾ ਵੀ ਬੜਾ ਹੱਥ ਹੈ। ਮੇਰੀ ਹਕਾਮਾਂ ਬਾਲਾ ਅੱਗੇ ਬਾਰ-ਬਾਰ ਦਰਖਾਸਤ ਹੈ ਵੀ ਇਸ ਫੁੱਟਪਾਥ ਤੇ ਇਹ ਪਿਓ ਦਾਦਿਆਂ ਤੋਂ ਬੈਠੇ ਦੇ ਨੇ ਔਰ ਇਸ ਫੁੱਟਪਾਥ ਦੀ ਵਜ੍ਹਾ ਨਾਲ ਨਾ ਤੇ ਟ੍ਰੈਫਿਕ ਦੇ ਵਿੱਚ ਕਦੀ ਕੋਈ ਖਲਲ ਪਿਆ, ਨਾ ਹੀ ਕਿਸੇ ਕਿਸਮ ਦੀ ਇੱਥੇ ਟ੍ਰੈਫਿਕ ਜਾਮ ਹੁੰਦੀ ਹੈ। ਇਹ ਇੱਕ ਰੋਜ਼ਗਾਰ ਕਮਾਉਣ ਦਾ ਰੇੜੀ ਬਾਨਾ ਵਾਸਤੇ ਬਿਹਤਰੀਨ ਪੁਆਇੰਟ ਹੈ ਔਰ ਇਸ ਤੋਂ ਅੱਛਾ ਪੁਆਇੰਟ ਪੂਰੇ ਜ਼ਫਰਵਾਲ ਦੇ ਵਿੱਚ ਮੌਜੂਦ ਨਹੀਂ। ਜਿੰਨੇ ਵੀ ਇੰਤਜ਼ਾਮੀਆਂ ਹੁਣ ਤੱਕ ਉਹ ਭਾਵੇਂ ਟੈਂਕੀ ਦੀ ਜਗ੍ਹਾ ਦੀ ਸ਼ਕਲ 'ਚ ਨੇ ਤੇ ਜਾਂ ਹਾਈ ਸਕੂਲ ਬੁਆਏ ਦੇ ਬਾਹਰ ਜਿਹੜੇ ਉਹ ਕੈਬਨ ਬਣਾ ਰਹੇ ਨੇ ਉਹ ਬਿਲਕੁਲ ਫਜ਼ੂਲ ਤਰੀਨ ਕੋਸ਼ਿਸ਼ ਹੈ ਔਰ ਸਾਰਾ ਸ਼ਹਿਰ ਉਹਨਾਂ ਕੈਬਨਾਂ ਤੇ ਸਰਾਪਾ ਇhtਜਾਜ ਹੈ। ਮੈਂ ਸਲਾਮ ਪੇਸ਼ ਕਰਨਾ ਵਕਲਾ ਨੂੰ ਵੀ, ਮੈਂ ਸਲਾਮ ਪੇਸ਼ ਕਰਨਾ ਅਹਲਿਆਂ ਨੇ ਜ਼ਫਰਵਾਲ ਨੂੰ ਵੀ, ਮੈਂ ਸਲਾਮ ਪੇਸ਼ ਕਰਨਾ ਉਹਨਾਂ ਮੁਕਤਦਰ ਹਲਕਿਆਂ ਨੂੰ ਵੀ ਜਿਨ੍ਹਾਂ ਨੇ ਉਹਦੀ ਆਵਾਜ਼ ਉਠਾਈ ਹੈ ਤੇ ਉਹ ਕੰਮ ਬੰਦ ਹੋ ਗਿਆ ਅੱਲਾ ਦੇ ਫਜ਼ਲੋ ਕਰਮ ਨਾਲ। ਮੈਂ ਇਹ ਗੱਲ ਅੱਗੇ ਵਧਾਉਂਦਿਆਂ ਹੋਇਆਂ ਇਸ ਚੜ੍ਹਦਾ ਪੰਜਾਬ ਤੇ ਜ਼ਫਰਵਾਲ ਨਿਊਜ਼ ਦੇ ਜਨਾਬ ਪਲੇਟਫਾਰਮ ਤੋਂ ਮੈਂ ਇਹ ਕਹਿਣਾ ਚਾਹੁੰਦਾ ਡੀਸੀ ਸਾਹਿਬ ਨੂੰ ਵੀ, ਏਸੀ ਸਾਹਿਬ ਨੂੰ ਵੀ, ਚੌਧਰੀ ਆਸਨ ਇਕਬਾਲ ਸਾਹਿਬ ਨੂੰ ਵੀ, ਚੌਧਰੀ ਅਹਿਮਦ ਇਕਬਾਲ ਸਾਹਿਬ ਨੂੰ ਵੀ ਭਈ ਰੇੜੀ ਬਾਨਾ ਦੇ ਤਹਫ ਵਾਸਤੇ ਜਿਹੜੇ 40 ਰੇੜੀ ਇਸ ਮੌਜੂਦਾ ਜਿਹੜੇ ਫੁੱਟਪਾਥ ਤੇ ਕੰਮ ਕਰਦੇ ਸਨ, ਅੱਲਾ ਤੇ ਅੱਲਾ ਦੇ ਰਸੂਲ ਵਾਸਤੇ ਥੋੜਾ ਜਿਹਾ ਤੁਸੀਂ ਰਹਿਮ ਖਾਓ ਤੇ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਤੇ ਬਹਾਲ ਫਰਮਾ ਦਿਓ ਕਿਉਂਕਿ ਇਸ ਤੋਂ ਅੱਛਾ ਪੁਆਇੰਟ ਇਹਨਾਂ ਵਾਸਤੇ ਜ਼ਫਰਵਾਲ ਦੇ ਵਿੱਚ ਕਿਸੇ ਜਗ੍ਹਾ ਵੀ ਨਹੀਂ। ਤੁਸੀਂ ਤਾਰਕ ਵੀ ਸਵੀਟ ਸਾਹਮਣੇ ਵੀ ਲੈ ਜਾਓਗੇ, ਤੁਸੀਂ ਡੰਗਰਾਂ ਵਾਲੇ ਹਸਪਤਾਲ ਦੇ ਸਾਹਮਣੇ ਲੈ ਜਾਓਗੇ ਜਾਂ ਸ਼ਹਿਰ ਤੋਂ ਬਾਹਰ ਕੱਢ ਦੋਗੇ, ਇਹਨਾਂ ਦਾ ਕੋਈ ਪਰੇਸ਼ਾਨੀ ਹਾਲ ਨਹੀਂ। ਇਹਨਾਂ ਨੂੰ ਵਾਪਸ ਇਹਨਾਂ ਦੀ ਜਗ੍ਹਾ ਤੇ ਲਿਆਓ ਔਰ ਇਨਸ਼ਾਅੱਲਾ ਤਾਲਾ ਮੇਰੇ ਸਮੇਤ ਇਹ ਸਾਰੇ ਯਕੀਨ ਦਵਾਉਣਗੇ ਵੀ ਤੁਹਾਡੀ ਪਾਰਕ ਦੀ ਬਿਊਟੀਫਿਕੇਸ਼ਨ 'ਚ ਕੋਈ ਫਰਕ ਨਹੀਂ ਪਏਗਾ। ਪਾਰਕ ਦਾ ਤਹਫਜ਼ ਵੀ ਕੀਤਾ ਜਾਏਗਾ ਔਰ ਇਨਸ਼ਾਅੱਲਾ ਸਫਾਈ ਸੁਥਰਾਈ ਦੇ ਸਾਰੇ ਇੰਤਜ਼ਾਮਾਤ ਇਨਸ਼ਾਅੱਲਾ ਤਾਲਾ ਅੱਗੇ ਨਾਲੋਂ 100% ਅੱਛੇ ਹੋਣਗੇ। ਇਹ ਤੁਹਾਡੇ ਅੱਗੇ ਇੱਕ ਇਸਤਦਾਬ ਹੈ
ਕਿ ਇਹ ਜਿਹੜੀ ਬਾਨਾਂ ਦੇ ਉੱਤੇ ਕੈਮਰਾ ਮਾਰਿਆ ਜਾਏ ਦੁਬਾਰਾ, ਇਹ ਜਿਹੜੇ ਮਾਸੂਮ ਚਿਹਰੇ ਨੇ ਇਹਨਾਂ ਦੀ ਤਵੱਜੋ ਨਾਲ ਗੱਲ ਸੁਣੀ ਜਾਏ, ਇਹਨਾਂ ਦੀ ਗੱਲ ਉੱਤੇ ਤਵੱਜੋ ਨਾਲ ਜਿਹੜਾ ਨਾ ਅਮਲ ਪੈਰਾ ਹੋਇਆ ਜਾਏ ਤੇ ਇਹਨਾਂ ਨੂੰ ਇੱਥੇ ਇਨਸ਼ਾਅੱਲਾ ਤਾਲਾ ਰੇੜੀ ਮਾਡਲ ਰੇੜੀ ਉਜ਼ਾਰ ਬਣਾ ਕੇ ਤੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਚਲਾਏ ਜਾਣ ਇਨਸ਼ਾਅੱਲਾ। ਮੈਂ ਬਹੁਤੀ ਤੇ ਨਹੀਂ ਗੱਲ ਕਰਦਾ, ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਵੀ ਇਹ ਸਾਰੇ ਹੀ ਤੇ ਇਹਨਾਂ ਦੇ ਜਿਹੜੇ ਅਹਲੋ ਯਾਲ ਨੇ ਮਸੱਲੇ ਤੇ ਬਹਿ ਕੇ ਤੁਹਾਨੂੰ ਜ਼ਰੂਰ ਦੁਆਵਾਂ ਦੇਣਗੇ ਵੀ ਇਹਨਾਂ ਨੇ ਸਾਡੇ ਵਾਸਤੇ ਇੱਕ ਬਿਹਤਰ ਕੰਮ ਕੀਤਾ। ਮੇਰੀ ਦੁਬਾਰਾ ਇਹੀ ਇਸਤਦਾਬ ਹੈ ਵੀ ਇਸ ਕੰਮ ਵਿੱਚ ਜ਼ਿਆਦਾ ਦੇਰ ਨਾ ਕੀਤੀ ਜਾਏ, ਉਹ ਨਾ ਹੋਏ ਵੀ ਇਹ ਲੋਕ ਆਪਣੇ ਟੱਬਰਾਂ ਸਮੇਤ ਸੜਕ ਤੇ ਆ ਕੇ ਤੇ ਖੁਦਕੁਸ਼ੀਆਂ ਤੇ ਮਜਬੂਰ ਹੋ ਜਾਣ। ਮਿਹਰਬਾਨੀ ਫਰਮਾਈ ਜਾਏ ਤੇ ਮਿਹਰਬਾਨੀ ਫਰਮਾ ਕੇ ਤੇ ਚੌਧਰੀ ਅਹਿਮਦ ਇਕਬਾਲ ਖਸੂਸੀ ਤੌਰ ਤੇ ਸਾਡੇ ਨੌਜਵਾਨ ਨੁਮਾਇੰਦੇ ਨੇ ਔਰ ਸਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਤਵੱਕੁਆ ਹੈ। ਮਾਸ਼ਾਅੱਲਾ ਮਾਰਕੀ ਦੇ ਵਿੱਚ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਮਾਡਲ ਰੇੜੀ ਬਾਜ਼ਾਰ ਦੇ ਜਿਹੜੇ ਪਾਰਕ ਦੇ ਬਾਹਰ ਲੋਕ ਨੇ ਉਹਨਾਂ ਨੂੰ ਮੈਂ ਐਡਜਸਟ ਕਰਾਵਾਂਗਾ ਪਾਰਕ ਦੇ ਬਾਹਰ ਹੀ, ਤੇ ਸਾਡੀ ਹੁਣ ਉਹਨਾਂ ਅੱਗੇ ਦੁਬਾਰਾ ਇਸਤਦਾਬ ਹੈ ਵੀ ਆਪਣੇ ਉਸ ਵਾਅਦੇ ਨੂੰ ਪੂਰਾ ਕਰਨ ਤੇ ਅਸੀਂ ਇਨਸ਼ਾਅੱਲਾ ਅਲ ਅਜ਼ੀਜ਼ ਉਹਨਾਂ ਵਾਸਤੇ ਦੁਆ ਗੋ ਹਾਂ ਵੀ ਅੱਲਾਹ ਤਾਲਾ ਉਹਨਾਂ ਨੂੰ ਦਿਨ ਚੁਗਨੀ ਤੇ ਦਿਨ ਦੁਗਨੀ ਰਾਤ ਚੁਗਨੀ ਤਰੱਕੀ ਅਤਾ ਫਰਮਾਏ, ਸਿਹਤ ਦੇ, ਤੰਦਰੁਸਤੀ ਦੇ ਤੇ ਮਜ਼ੀਦ ਇੱਜ਼ਤ ਤੋਂ ਇਜ਼ਾਫਾ ਫਰਮਾਏ। ਲੇਕਿਨ ਗੱਲ ਇਹ ਹੈ ਵੀ ਅਸੀਂ ਕਿੱਥੇ ਜਾ ਕੇ ਰੋਣਾ ਧੋਣਾ ਪਾਈਏ ਆਪਣਾ ਰੋਣਾ ਧੋਣਾ ਅਸੀਂ ਤੁਹਾਡੇ ਤੋਂ ਇਲਾਵਾ ਅੱਲਾਹ ਤੋਂ ਬਾਅਦ ਕਿਹਦੇ ਨਾਲ ਪਾਈਏ? ਅੱਲਾਹ ਅੱਗੇ ਗਿੜਗੜਾਉਂਦੇ ਆ, ਉਸ ਤੋਂ ਬਾਅਦ ਸਾਨੂੰ ਹੁਕਮਰਾਨਾਂ ਦੀ ਸ਼ਕਲ 'ਚ ਇੱਕ ਖੂਬਸੂਰਤ ਚਿਹਰਾ, ਇੱਕ ਨੌਜਵਾਨ ਚਿਹਰਾ, ਇੱਕ ਕੰਮ ਕਰਨ ਵਾਲਾ ਚਿਹਰਾ, ਜਜ਼ਬੇ ਵਾਲਾ ਚਿਹਰਾ ਮੈਂ ਇੱਥੇ ਇਸ ਮਾਈਕ ਦੇ ਮੰਨਣਾ ਤੇ ਚੌਧਰੀ ਅਹਿਮਦ ਇਕਬਾਲ ਦੇ ਆਉਣ ਨਾਲ ਸਾਡੇ ਇਲਾਕੇ ਦੇ ਵਿੱਚ ਤਰੱਕੀ ਦੀ ਜਿਹੜੀ ਰਫ਼ਤਾਰ ਹੈ ਉਹਨੂੰ 4x4 ਦਾ ਗੇਅਰ ਲੱਗ ਗਿਆ ਦਾ ਅੱਲਾਹ ਦੇ ਫਜ਼ਲ ਕਰਮ। ਜੀ ਪਿਆਰੇ ਦੋਸਤੋ, ਸਾਰੇ ਭਾਈ ਉਹਨਾਂ ਨੇ ਰਿਕੁਐਸਟ ਕੀਤੀ ਹੈ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਅੱਗੇ। ਉਮੀਦ ਕਰਦੇ ਹਾਂ ਕਿ ਇਹਨਾਂ ਦੀ ਰਿਕੁਐਸਟ ਨੂੰ ਜਿਹੜਾ ਨੇ ਮੰਨਿਆ ਜਾਏਗਾ ਔਰ ਰੇਹੜੀ ਵਾਲਿਆਂ ਨਾਲ ਵੀ ਅਸੀਂ ਗੱਲਬਾਤ ਕਰਨੇ ਆ। ਚਿਸ਼ਤੀ ਸਾਹਿਬ ਅੱਜ ਈਦ ਨੂੰ ਕਿੰਨੇ ਦਿਨ ਰਹਿ ਗਏ ਨੇ? 5-4 ਦਿਨ ਰਹਿ ਗਏ ਨੇ। 4-5 ਦਿਨ। ਈਦ ਇਹਨਾਂ ਸਾਰਿਆਂ ਨੂੰ ਕਸਮ ਦੇ ਕੇ ਪੁੱਛੋ ਅੱਜ ਕੀ ਵਟਿਆ? ਸਾਨੂੰ 11 ਮਹੀਨੇ ਹੋ ਗਏ ਨੇ ਅੰਦਰ ਬੈਠੇ ਦੇ ਆ, ਉੱਥੇ ਸਾਰੇ ਗਾਹਕ ਹੀ ਕੋਈ ਨਹੀਂ ਹੈ, ਕੰਮ ਸ਼ਾਮ ਨੇ ਬੱਚਿਆਂ ਦੇ ਕੱਪੜੇ ਲੈ ਜੇ, ਸਰ ਤੂੰ ਨਹੀਂ ਜਲੀਲ ਮਾਰਨਾ। ਸਰ ਜਲੀਲ ਹੋ ਗਏ ਆ ਆਪਣੇ ਕੱਪੜੇ ਲੈ ਜੇ, ਨਾ ਜੀ ਨਾ। ਆਪਣੀ ਬੇਗਮ ਦੇ ਕੱਪੜੇ ਲੈ ਜੇ। ਨਾ ਜੀ ਨਾ, ਨਾ। ਉਹ ਬੱਚੇ ਦੀ ਦਵਾਈ ਕਿਆ ਸੌਖੀ ਲੈਂਦੇ ਹੋ? ਨਾ ਜੀ ਨਾ, ਨਾ, ਬੜੀ ਬੱਚਿਆਂ ਔਖੀ। ਕਿਹੜੀ ਕੋਈ ਰੋਜ਼ ਦੀ ਸਾਡੀ ਰੋਟੀ ਪੱਕਦੀ ਪਈ ਹੈ, ਬਹੁਤ ਸੌਖੀ ਔਖੀ, ਪੱਕਦੀ ਪਈ ਹੈ। ਬਹੁਤ ਔਖੀ। ਬੱਚਿਆਂ ਵਾਸਤੇ ਦੁੱਧ ਮੈਂ ਕਸਮ ਖਾਨਾ ਹੋਈ ਪਿਆ, ਕਹਿੰਦੇ ਹਨ ਕਿ ਬੱਚਿਆਂ ਦਾ ਦੁੱਧ ਵੀ ਨਹੀਂ। ਸਾਡੇ ਕੱਲ ਲੜਾਈ ਪੈ ਗਈ ਦੀ ਹੈ, ਬੁੱਢੀ ਕਹਿੰਦੀ ਆ ਤੂੰ ਇੰਨੇ ਜੋਗਾ ਵੀ ਨਹੀਂ ਕਿ ਬੱਚੇ ਦਾ ਦੁੱਧ ਲੈ। ਹੱਥ ਖੜੇ ਕਰੋ ਯਾਰ। ਲਿਆਦਾ ਹੈ ਕਿ ਮਿਹਰਬਾਨੀ ਹੈ ਤੁਹਾਡੀ ਕਿ ਸਾਨੂੰ ਸਾਰਾ ਆਪਣੀ ਜਗ੍ਹਾ ਸਾਨੂੰ ਬਿਠਾਇਆ ਜਾਏ। ਸਾਡਾ ਤਰਲਾ ਜੀ, ਸਾਡਾ ਤਰਲਾ ਮੰਨ ਲਓ, ਮਿਹਰਬਾਨੀ ਮਿਹਰਬਾਨੀ ਹੈ ਤੁਹਾਡੀ। ਬਿਲਕੁਲ ਜੀ, ਇਹ ਸਭ ਲੋਕ ਜਿਹੜੇ ਨੇ ਇਹ ਇਸ ਟਾਈਮ ਬੇਬਸੀ ਦੀ ਤਸਵੀਰ ਬਣੇ ਹੋਏ ਨੇ ਤੇ ਇਹਨਾਂ ਦੀਆਂ ਨਜ਼ਰਾਂ ਲੱਗੀਆਂ ਨੇ ਇਸ ਟਾਈਮ ਮੌਜੂਦਾ ਹਕੂਮਤ ਤੇ, ਮੌਜੂਦਾ ਇੰਤਜ਼ਾਮੀਆਂ ਤੇ ਕਿ ਇਹ ਸਾਡੇ ਦੁੱਖ ਦਰਦ ਨੂੰ ਵੰਡਾਣ। ਇਹ ਜਨਾਬ ਕੁਝ ਨਹੀਂ ਮੰਗਦੇ, ਇਹ ਬਸ ਇਹ ਮਿੱਟੀ ਦਾ ਵਿਛੋਣਾ ਮੰਗਦੇ ਨੇ। ਸਾਨੂੰ ਇਹਦੇ ਤੇ ਜਗ੍ਹਾ ਦੇ ਛੱਡੋ, ਥੋੜੀ ਥੋੜੀ ਜਗ੍ਹਾ ਦੇ ਛੱਡੋ, ਅਸੀਂ ਆਪਣੇ ਬੱਚਿਆਂ ਦਾ ਰਿਜ਼ਕ ਬਾਇਜ਼ਤ ਤਰੀਕੇ ਨਾਲ ਕਮਾ ਸਕੀਏ। ਪਾਕਿਸਤਾਨ ਜ਼ਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।